Hello students, I am Vishal Goyal, Assistant Professor, Department of Computer Science from Shri Lal Bahadur Shastri, Arya Mahila College, Barnala. Computer System Architecture ਦਾ ਅੱਜ ਆਪਣਾ next lecture ਹੈ, that is Register Transfer Language. So Register Transfer Language ਕੀ ਹੁੰਦੀ ਹੈ? ਆਪਾਂ ਨੂੰ ਪਤਾ ਹੈ ਕਿ ਜੋ ਵੀ ਮਾਈਕਰੋ ਆਪਰੇਸ਼ਨਸ ਨੇ ਕੰਪਿਊਟਰ ਦੇ ਉਹ ਮੋਸਟਲੀ ਕਿੱਥੇ ਪਰਫਾਰਮ ਹੁੰਦੇ ਨੇ? ਕੰਪਿਊਟਰ ਦੇ ਰਜਿਸਟਰਸ ਦੇ ਵਿੱਚ। ਸੋ ਜੋ ਵੀ ਮਾਈਕਰੋ ਆਪਰੇਸ਼ਨਸ ਕੰਪਿਊਟਰ ਦੇ ਵਿੱਚ ਪਰਫਾਰਮ ਹੋ ਰਹੇ ਹੈ ਉਹਨਾਂ ਨੂੰ ਅਗਰ ਆਪਾਂ ਡਿਨੋਟ ਕਰਨਾ ਹੈ, ਉਹਨਾਂ ਨੂੰ ਅਗਰ ਆਪਾਂ ਨੋਟ ਡਾਊਨ ਕਰਨਾ ਹੈ ਤਾਂ ਆਪਾਂ ਕਿਵੇਂ ਕਰ ਸਕਦੇ ਹਾਂ? ਕਿਹੜੀ ਲੈਂਗੁਏਜ ਦੇ ਥਰੂ ਕਰ ਸਕਦੇ ਹਾਂ? ਉਹਨੂੰ ਆਪਾਂ ਕੀ ਬੋਲਦੇ ਹਾਂ? ਰਜਿਸਟਰ ਟ੍ਰਾਂਸਫਰ ਲੈਂਗੁਏਜ। So the RTL, that is Register Transfer Language, is a notation used to specify the micro operation transfer between the registers. So register ਦੇ ਵਿੱਚ ਜੋ ਵੀ ਮਾਈਕਰੋ ਆਪਰੇਸ਼ਨਸ ਯੂਜ਼ ਹੋ ਰਹੇ ਨੇ, ਜੋ ਵੀ ਮਾਈਕਰੋ ਆਪਰੇਸ਼ਨ ਪਰਫਾਰਮ ਹੋ ਰਹੇ ਨੇ, ਉਹਨਾਂ ਨੂੰ ਨੋਟ ਡਾਊਨ ਕਰਨ ਲਈ ਆਪਾਂ ਜਿਹੜੀ ਲੈਂਗੁਏਜ ਯੂਜ਼ ਕਰ ਰਹੇ ਹਾਂ ਉਹਨੂੰ ਬੋਲਦੇ ਹਾਂ ਰਜਿਸਟਰ ਟ੍ਰਾਂਸਫਰ ਲੈਂਗੁਏਜ। ਸੋ ਇਹ ਕਾਫੀ ਇੱਕ ਬੇਸਿਕ ਜੀ ਨੋਟੇਸ਼ਨ ਹੈ, ਬੇਸਿਕ ਜੀ ਲੈਂਗੁਏਜ ਹੈ। ਜਿੱਦਾਂ ਆਪਾਂ R2 = R1 ਲਿਖਿਆ, ਇਹਦਾ ਮਤਲਬ ਕੀ ਹੈ ਕਿ R1 ਦਾ ਕੰਟੈਂਟ ਕਿਹਦੇ ਵਿੱਚ ਟ੍ਰਾਂਸਫਰ ਹੋ ਰਿਹਾ ਹੈ? R2 ਦੇ ਵਿੱਚ। ਸੋ ਇਟਸ ਅ ਟੂਲ ਦੈਟ ਡਿਸਕ੍ਰਾਈਬ ਦੀ ਬਿਹੇਵੀਅਰ ਆਫ ਦੀ ਇੰਸਟਰਕਸ਼ਨ ਐਂਡ ਦੀ ਆਰਗੇਨਾਈਜੇਸ਼ਨ ਆਫ ਅ ਕੰਪਿਊਟਰ। ਸੋ ਬੇਸਿਕਲੀ ਇੱਕ ਟੂਲ ਹੈ ਜਿਹੜਾ ਕਿ ਕੰਪਿਊਟਰ ਦੇ ਇੰਸਟਰਕਸ਼ਨ ਦੇ ਬਿਹੇਵੀਅਰ ਨੂੰ ਡਿਸਕ੍ਰਾਈਬ ਕਰ ਰਿਹਾ ਹੈ। ਸੋ ਫੋਰ ਐਗਜ਼ਾਮਪਲ ਦੀ RTL ਸਟੇਟਮੈਂਟ R2 = R1 indicates a simple register transfer involving two registers R1 and R2। ਸੋ ਇੱਕ ਸਿੰਪਲ ਜੀ ਰਜਿਸਟਰ ਟ੍ਰਾਂਸਫਰ ਸਟੇਟਮੈਂਟ ਹੈ ਜਿਹਦੇ ਵਿੱਚ ਦੋ ਰਜਿਸਟਰਸ ਇਨਵੋਲਵ ਨੇ R1 and R2। ਸੋ ਹੇਅਰ ਦੀ ਕੰਟੈਂਟ ਆਫ ਰਜਿਸਟਰ R1 ਆਰ ਟ੍ਰਾਂਸਫਰ ਟੂ ਦੀ ਰਜਿਸਟਰ R2। ਸੋ ਇੱਥੇ ਕੀ ਹੋ ਰਿਹਾ ਹੈ? R1 ਦਾ ਕੰਟੈਂਟ ਕਿਹਦੇ ਵਿੱਚ ਮੂਵ ਹੋ ਰਿਹਾ ਹੈ? R2 ਦੇ ਵਿੱਚ। ਤੇ ਉੱਥੇ R1 ਦੇ ਕੰਟੈਂਟ ਦੇ ਵਿੱਚ ਕੋਈ ਵੀ ਚੇਂਜਸ ਨਹੀਂ ਹੋ ਰਹੀਆਂ। R1 ਦੇ ਵਿੱਚ ਵੀ ਉਹੀ ਵੈਲਿਊ ਰਹੇਗੀ ਤੇ R2 ਦੇ ਵਿੱਚ ਉਹਦੀ ਵੈਲਿਊ ਕਾਪੀ ਹੋ ਜਾਏਗੀ। ਤੇ ਅਗਰ R2 ਦੇ ਵਿੱਚ ਕੋਈ ਵੀ ਪਹਿਲਾਂ ਤੋਂ ਵੈਲਿਊ ਹੈ ਤਾਂ ਉਹ ਓਵਰਰਾਈਟ ਹੋ ਜਾਏਗੀ। So it may also be written as R2 then arrow R1। ਸੋ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਜਾਂ ਫਿਰ ਇਸ ਨਾਲ ਵੀ ਲਿਖ ਸਕਦੇ ਹਾਂ, ਦੋਨੋਂ ਹੀ ਸਹੀ ਨੇ। So the micro operations may be classified into the following types। ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਮਾਈਕਰੋ ਆਪਰੇਸ਼ਨਸ ਦੇਖ ਸਕਦੇ ਹਾਂ, ਉਹਨਾਂ ਨੂੰ ਆਪਾਂ ਅਲੱਗ-ਅਲੱਗ ਕੈਟੇਗਰੀਜ਼ 'ਚ ਡਿਵਾਈਡ ਕਰ ਸਕਦੇ ਹਾਂ। ਸੋ ਫਸਟ ਕੈਟੇਗਰੀ ਹੈ ਰਜਿਸਟਰ ਟ੍ਰਾਂਸਫਰ ਮਾਈਕਰੋ ਆਪਰੇਸ਼ਨ। ਸੋ ਸਭ ਤੋਂ ਇੱਕ ਪਹਿਲੀ ਬੇਸਿਕ ਜੀ ਕੈਟੇਗਰੀ ਹੈ, ਜਿਵੇਂ ਕਿ ਹੁਣੀ ਉੱਪਰ ਆਪਾਂ ਐਗਜ਼ਾਮਪਲ 'ਚ ਦੇਖੀ ਹੈ ਕਿ ਦੋ ਰਜਿਸਟਰ ਦੇ ਵਿੱਚ ਆਪਾਂ ਡਾਟਾ ਟ੍ਰਾਂਸਫਰ ਕਰ ਰਹੇ ਹਾਂ। ਸੋ ਫਸਟ ਜੋ ਕੈਟੇਗਰੀ ਹੈ ਉਹ ਹੈ ਰਜਿਸਟਰ ਟ੍ਰਾਂਸਫਰ ਮਾਈਕਰੋ ਆਪਰੇਸ਼ਨ, ਜਿਹਦੇ ਵਿੱਚ ਕੀ ਹੈ? ਟ੍ਰਾਂਸਫਰ ਦੀ ਕੰਟੈਂਟ ਆਫ ਵਨ ਰਜਿਸਟਰ ਟੂ ਅਨਦਰ ਰਜਿਸਟਰ ਵਿਦਆਊਟ ਐਨੀ ਚੇਂਜ ਇਨ ਕੰਟੈਂਟ। ਸੋ ਇਹਦੇ ਵਿੱਚ ਆਪਾਂ ਸਿੰਪਲ ਕੀ ਕਰਦੇ ਹਾਂ ਕਿ ਇੱਕ ਰਜਿਸਟਰ ਦੇ ਕੰਟੈਂਟ ਨੂੰ ਕਿਸੇ ਦੂਸਰੇ ਰਜਿਸਟਰ 'ਚ ਟ੍ਰਾਂਸਫਰ ਕਰਦੇ ਹਾਂ। ਨੈਕਸਟ ਹੈ ਅਰਥਮੈਟਿਕ ਮਾਈਕਰੋ ਆਪਰੇਸ਼ਨਸ। ਸੋ ਜਿੱਦਾਂ ਕਿ ਆਪਾਂ ਐਡੀਸ਼ਨ ਸਬਟ੍ਰੈਕਸ਼ਨ ਵਗੈਰਾ ਕਰਦੇ ਹਾਂ, ਸੋ ਇਹ ਵਾਲੇ ਆਪਰੇਸ਼ਨਸ ਨੂੰ ਆਪਾਂ ਕੀ ਬੋਲਦੇ ਹਾਂ? ਅਰਥਮੈਟਿਕ ਮਾਈਕਰੋ ਆਪਰੇਸ਼ਨਸ। So that perform the arithmetic operations on data present in the registers like addition, subtraction, increment, decrement and shift are some common arithmetic micro operations। So ਕੁਝ ਕੁ arithmetic operations ਆਪਾਂ ਦੇਖਦੇ ਹਾਂ ਕਿਹੜੇ-ਕਿਹੜੇ ਨੇ। ਜਿੱਦਾਂ ਕਿ ਫਸਟ ਹੈ R3 = R1 + R2। ਸਿੰਪਲ ਇੱਕ ਐਡੀਸ਼ਨ ਆਪਰੇਸ਼ਨ ਹੋ ਰਿਹਾ ਇੱਥੇ ਕਿ R1 ਦੇ ਕੰਟੈਂਟ ਨੂੰ R2 ਦੇ ਕੰਟੈਂਟ ਨਾਲ ਐਡ ਕੀਤਾ ਤੇ ਜੋ ਰਿਜ਼ਲਟ ਹੈ ਉਹ ਆਪਾਂ ਕਿੱਥੇ ਸਟੋਰ ਕਰ ਰਹੇ ਹਾਂ? R3 ਦੇ ਵਿੱਚ। ਨੈਕਸਟ ਹੈ R3 = R1 - R2। ਇਹਦਾ ਮਤਲਬ ਕੀ ਹੈ ਕਿ R2 ਦੇ ਕੰਟੈਂਟ ਨੂੰ ਆਪਾਂ R1 ਚੋਂ ਸਬਟਰੈਕਟ ਕੀਤਾ, ਦੈਨ ਉਹਦਾ ਜੋ ਰਿਜ਼ਲਟ ਆ ਰਿਹਾ ਉਹ ਕਿੱਥੇ ਸਟੋਰ ਕੀਤਾ? R3 ਦੇ ਵਿੱਚ। ਨੈਕਸਟ ਹੈ R1 = R1 ਦਾ ਕੰਪਲੀਮੈਂਟ। ਸੋ ਦੈਟ ਇਜ਼ R1 ਦਾ ਸਿੰਪਲੀ ਆਪਾਂ ਕੰਪਲੀਮੈਂਟ ਕਰ ਰਹੇ ਹਾਂ। ਜੋ ਵੀ ਉਹਦੇ ਵਿੱਚ ਬਿਟਸ ਨੇ, 1 ਵਾਲੀਆਂ ਬਿਟਸ 0 'ਚ ਚੇਂਜ ਹੋ ਜਾਣਗੀਆਂ ਤੇ 0 ਵਾਲੀਆਂ ਬਿਟਸ ਕਿਸ 'ਚ ਚੇਂਜ ਹੋ ਜਾਣਗੀਆਂ? 1 ਦੇ ਵਿੱਚ। ਸੋ ਸਿੰਪਲੀ ਇੱਥੇ R1 ਨੂੰ ਆਪਾਂ ਕੰਪਲੀਮੈਂਟ ਕਰ ਰਹੇ ਹਾਂ। ਇੱਥੇ R1 ਕੰਪਲੀਮੈਂਟ + 1, ਇਹ ਆਪਾਂ ਨੂੰ ਪਤਾ ਕਿਹਦਾ ਫਾਰਮੂਲਾ ਹੁੰਦਾ ਹੈ? 2's ਕੰਪਲੀਮੈਂਟ ਦਾ। ਸੋ ਇੱਥੇ ਬੇਸਿਕਲੀ ਆਪਾਂ ਕੀ ਕਰ ਰਹੇ ਹਾਂ? R1 ਦਾ ਜੋ ਵੀ ਕੰਟੈਂਟ ਹੈ ਪਹਿਲਾਂ ਉਹਨੂੰ ਆਪਾਂ 2's ਕੰਪਲੀਮੈਂਟ ਕਰ ਰਹੇ ਹਾਂ। ਨੈਕਸਟ ਹੈ R3 = R1 + R2 ਕੰਪਲੀਮੈਂਟ + 1। ਹੁਣ R2 ਕੰਪਲੀਮੈਂਟ + 1 ਦਾ ਮਤਲਬ ਆਪਾਂ ਨੂੰ ਪਤਾ ਕੀ ਹੈ ਕਿ R2 ਦਾ 2's ਕੰਪਲੀਮੈਂਟ, ਤੇ ਉਹਨੂੰ ਆਪਾਂ R1 ਦੇ ਨਾਲ ਐਡ ਕਰ ਰਹੇ ਹਾਂ। ਦੈਨ ਜੋ ਰਿਜ਼ਲਟ ਆ ਰਿਹਾ ਉਹਨੂੰ R3 'ਚ ਸਟੋਰ ਕਰ ਰਹੇ ਹਾਂ। ਨੈਕਸਟ ਹੈ R1 = R1 + 1। ਸਿੰਪਲੀ R1 ਦੀ ਵੈਲਿਊ ਆਪਾਂ ਇੱਕ ਇੰਕਰੀਮੈਂਟ ਕਰ ਰਹੇ ਹਾਂ। ਲਾਸਟ 7th ਦੇ ਵਿੱਚ ਹੈ R1 = R1 - 1। ਇੱਥੇ ਕੀ ਹੈ? ਸਿੰਪਲੀ R1 ਦੀ ਵੈਲਿਊ ਆਪਾਂ ਇੱਕ ਡਿਕਰੀਮੈਂਟ ਕਰ ਰਹੇ ਹਾਂ। ਸੋ ਥਰਡ ਕੈਟੇਗਰੀ ਹੈ ਨੈਕਸਟ ਲੌਜਿਕ ਮਾਈਕਰੋ ਆਪਰੇਸ਼ਨਸ। ਲੌਜੀਕਲ ਆਪਰੇਸ਼ਨਸ ਆਪਾਂ ਨੂੰ ਪਤਾ ਕਿਹੜੇ-ਕਿਹੜੇ ਹੁੰਦੇ ਨੇ?
ਬੇਸਿਕਲੀ ਆਪਾਂ ਤਿੰਨ ਲੌਜੀਕਲ ਆਪਰੇਸ਼ਨਸ ਯੂਜ਼ ਕਰ ਰਹੇ ਹਾਂ, ਲੌਜੀਕਲ ਔਰ, ਲੌਜੀਕਲ ਐਂਡ ਐਕਸਕਲੂਸਿਵ ਔਰ। ਸੋ ਇਹ ਜਿਹੜੇ ਆਪਰੇਸ਼ਨਸ ਨੇ ਇਹ ਪਾਰਟੀਕੂਲਰ ਬਿਟਸ ਦੇ ਉੱਤੇ ਪਰਫਾਰਮ ਹੁੰਦੇ ਨੇ। ਆਪਾਂ ਨੂੰ ਪਤਾ ਹੈ ਕਿ ਅਗਰ ਲੌਜੀਕਲ ਔਰ ਲੈ ਰਹੇ ਹਾਂ ਆਪਾਂ, ਤੇ ਅਗਰ ਆਪਣੇ ਕੋਲ ਦੋਨੋਂ ਵੈਲਿਊਜ਼ 1 ਨੇ ਤਾਂ ਆਪਣੇ ਕੋਲ 1 ਆਨਸਰ ਆਏਗਾ, 1 ਔਰ 0 ਹੈ ਤਾਂ ਵੀ 1 ਆਏਗਾ, 0 ਔਰ 1 ਹੈ ਤਾਂ ਵੀ 1 ਆਏਗਾ। ਅਗਰ ਦੋਨੋਂ ਵੈਲਿਊਜ਼ 0 ਨੇ ਤਾਂ ਆਨਸਰ ਕੀ ਆਏਗਾ? 0 ਇਨ ਕੇਸ ਆਫ ਲੌਜੀਕਲ ਔਰ। ਸੋ ਪਾਰਟੀਕੂਲਰ ਬਿਟ ਲੈਵਲ ਦੇ ਉੱਤੇ ਇਹ ਆਪਰੇਸ਼ਨ ਪਰਫਾਰਮ ਹੋ ਰਹੇ ਆ। ਸੋ ਲੌਜਿਕ ਮਾਈਕਰੋ ਆਪਰੇਸ਼ਨਸ ਕੀ ਹੈ? ਪਰਫਾਰਮ ਦੀ ਬਿਟ ਮੈਨੀਪੂਲੇਸ਼ਨ ਆਪਰੇਸ਼ਨ ਔਨ ਡਾਟਾ ਅਵੇਲੇਬਲ ਇਨ ਰਜਿਸਟਰ, ਕਿ ਰਜਿਸਟਰ ਦੇ ਵਿੱਚ ਜੋ ਵੀ ਡਾਟਾ ਅਵੇਲੇਬਲ ਹੈ ਉਹਨਾਂ ਦੇ ਬਿਟਸ ਦੇ ਉੱਤੇ ਇਹ ਆਪਰੇਸ਼ਨ ਪਰਫਾਰਮ ਹੋਣਗੇ। ਸੋ ਦੇ ਆਰ ਯੂਜ਼ਡ ਫॉर ਮੇਕਿੰਗ ਲੌਜੀਕਲ ਡਿਸੀਜਨ ਐਂਡ ਆਲਸੋ ਫॉर ਬਿਟ ਮੈਨੀਪੂਲੇਸ਼ਨ ਆਫ ਦੀ ਬਾਈਨਰੀ ਡਾਟਾ। ਸੋ ਬੇਸਿਕਲੀ ਇਹ ਲੌਜੀਕਲ ਡਿਸੀਜਨਸ ਲਈ ਆਪਾਂ ਇਹ ਆਪਰੇਟਰਸ ਨੇ ਜਿਹੜੇ ਯੂਜ਼ ਕਰਦੇ ਆ। ਸੋ ਉਹਨਾਂ ਲਈ ਸਿੰਬਲਸ ਇਹ ਯੂਜ਼ ਹੋਣਗੇ। ਲੌਜੀਕਲ ਔਰ ਲਈ ਇਹ ਸਿੰਬਲ ਹੈ, ਲੌਜੀਕਲ ਐਂਡ ਲਈ ਇਹ ਸਿੰਬਲ, ਐਂਡ ਐਕਸਕਲੂਸਿਵ ਔਰ ਲਈ ਇਹ ਸਿੰਬਲ। ਨੈਕਸਟ ਹੈ ਸ਼ਿਫਟ ਮਾਈਕਰੋ ਆਪਰੇਸ਼ਨਸ। ਸ਼ਿਫਟ ਮਾਈਕਰੋ ਆਪਰੇਸ਼ਨਸ ਕੀ ਨੇ? ਕਿ ਜੋ ਰਜਿਸਟਰ ਦੇ ਵਿੱਚ ਡਾਟਾ ਹੈ, ਆਪਾਂ ਨੂੰ ਪਤਾ ਹੈ ਰਜਿਸਟਰ 'ਚ ਜੋ ਵੀ ਡਾਟਾ ਹੈ, ਕੰਪਿਊਟਰ ਦੇ ਵਿੱਚ ਜੋ ਡਾਟਾ ਹੈ ਉਹ ਬਿਟਸ ਦੇ ਵਿੱਚ ਸਟੋਰ ਹੁੰਦਾ ਹੈ। ਸੋ ਜਿਹੜੇ ਸ਼ਿਫਟ ਮਾਈਕਰੋ ਆਪਰੇਸ਼ਨਸ ਨੇ ਉਹਨਾਂ ਦੇ ਬਿਟ ਲੈਵਲ ਦੇ ਉੱਤੇ ਸ਼ਿਫਟਿੰਗ ਹੋਏਗੀ ਬਿਟਸ ਦੀ। ਸੋ ਸ਼ਿਫਟ ਮਾਈਕਰੋ ਆਪਰੇਸ਼ਨ ਕੀ ਹੈ? ਪਰਫਾਰਮ ਦੀ ਸ਼ਿਫਟ ਆਪਰੇਸ਼ਨਸ ਔਨ ਦੀ ਡਾਟਾ ਹੈਲਡ ਇਨ ਦੀ ਰਜਿਸਟਰਸ। ਸੋ ਰਜਿਸਟਰ ਦੇ ਵਿੱਚ ਜੋ ਵੀ ਡਾਟਾ ਹੈ ਉਹਨਾਂ ਦੇ ਉੱਤੇ ਆਪਾਂ ਸ਼ਿਫਟ ਆਪਰੇਸ਼ਨ ਪਰਫਾਰਮ ਕਰਦੇ ਹਾਂ। ਸੋ ਇਹਦੇ ਵਿੱਚ ਵੀ ਅੱਗੇ ਸਬ ਕੈਟਾਗਰੀਜ਼ ਨੇ ਤਿੰਨ, ਦੈਟ ਇਜ਼ ਲੌਜੀਕਲ ਸ਼ਿਫਟ ਆਪਰੇਸ਼ਨਸ, ਸਰਕੂਲਰ ਸ਼ਿਫਟ ਆਪਰੇਸ਼ਨਸ ਐਂਡ ਅਰਥਮੈਟਿਕ ਸ਼ਿਫਟ ਆਪਰੇਸ਼ਨਸ। ਤੇ ਸਾਰੇ ਜਿਹੜੇ ਸ਼ਿਫਟ ਆਪਰੇਸ਼ਨ ਨੇ ਉਹ ਦੋ ਤਰ੍ਹਾਂ ਦੇ ਹੋਣਗੇ, ਲੈਫਟ ਸ਼ਿਫਟ ਔਰ ਰਾਈਟ ਸ਼ਿਫਟ। ਸੋ ਆਪਾਂ ਫਸਟ ਕੈਟਾਗਰੀ ਕਰਦੇ ਹਾਂ, ਦੈਟ ਇਜ਼ ਲੌਜੀਕਲ ਸ਼ਿਫਟ ਆਪਰੇਸ਼ਨ। ਸੋ ਲੌਜੀਕਲ ਸ਼ਿਫਟ ਆਪਰੇਸ਼ਨ ਦੇ ਵਿੱਚ ਕੀ ਹੋਏਗਾ? ਇਨ ਦਿਸ ਆਲ ਬਿਟਸ ਮਤਲਬ ਆਪਾਂ ਨੂੰ ਪਤਾ ਹੈ ਕਿ ਜਿਹੜੀ ਫਸਟ ਬਿਟ ਹੁੰਦੀ ਹੈ ਉਹ ਸਾਈਨ ਬਿਟ ਹੁੰਦੀ ਹੈ। ਸੋ ਇਹਦੇ ਵਿੱਚ ਸਾਰੀਆਂ ਬਿਟਸ ਦੇ ਉੱਤੇ ਆਪਰੇਸ਼ਨ ਪਰਫਾਰਮ ਹੋਊਗਾ ਇਨਕਲੂਡਿੰਗ ਦੀ ਸਾਈਨ ਬਿਟ। ਟੇਕ ਪਾਰਟ ਇਨ ਸ਼ਿਫਟਿੰਗ ਆਪਰੇਸ਼ਨ। ਸੋ ਇਹਦੇ ਵਿੱਚ ਸਾਰੀਆਂ ਬਿਟਸ ਇੰਕਲੂਡ ਹੋਣਗੀਆਂ ਸ਼ਿਫਟਿੰਗ ਆਪਰੇਸ਼ਨ ਦੇ ਵਿੱਚ, ਇਨਕਲੂਡਿੰਗ ਦੀ ਸਾਈਨ ਬਿਟ। ਸੋ ਇਹ 0 ਇਜ਼ ਐਂਟਰਡ ਇਨ ਦੀ ਵੈਕੈਂਟ ਐਕਸਟ੍ਰੀਮ ਬਿਟ, ਦੈਟ ਇਜ਼ ਲੈਫਟ ਮੋਸਟ ਔਰ ਰਾਈਟ ਮੋਸਟ ਪੋਜੀਸ਼ਨ। ਸੋ ਇਹਨੂੰ ਆਪਾਂ ਇੱਕ ਐਗਜ਼ਾਮਪਲ ਦੇ ਅਕੋਰਡਿੰਗ, ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦੇਖੋ ਲੌਜੀਕਲ ਸ਼ਿਫਟ ਲੈਫਟ ਹੈ ਜਾਂ ਫਿਰ ਰਾਈਟ ਹੈ। ਹੁਣ ਸਪੋਜ਼ ਕਰੋ ਪਹਿਲਾਂ ਆਪਾਂ ਫਸਟ ਆਪਰੇਸ਼ਨ ਪਰਫਾਰਮ ਕਰਦੇ ਹਾਂ, ਲੌਜੀਕਲ ਸ਼ਿਫਟ ਲੈਫਟ। ਸਪੋਜ਼ ਕਰੋ ਆਪਣੇ ਕੋਲ ਇੱਕ ਰਜਿਸਟਰ ਹੈ ਜਿਹਦੇ ਵਿੱਚ ਇੱਕ ਡਾਟਾ ਹੈ 10111001। ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਹੈ ਲੈਫਟ ਮੋਸਟ ਬਿਟ ਕਿਹੜੀ ਹੁੰਦੀ ਹੈ? ਸਾਈਨ ਬਿਟ ਹੁੰਦੀ ਹੈ। ਬਟ ਲੌਜੀਕਲ ਸ਼ਿਫਟ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਆਪਾਂ ਸਾਰੀਆਂ ਬਿਟਸ ਦੇ ਉੱਤੇ ਸ਼ਿਫਟਿੰਗ ਆਪਰੇਸ਼ਨ ਪਰਫਾਰਮ ਕਰਨੀ ਹੈ। ਸੋ ਇਹ ਕੀ ਆਪਣੇ ਕੋਲ ਲੌਜੀਕਲ ਸ਼ਿਫਟ ਲੈਫਟ। ਲੈਫਟ ਦਾ ਮਤਲਬ ਕੀ ਹੈ? ਕਿ ਆਪਾਂ ਬਿਟਸ ਨੂੰ ਇੱਕ ਇੱਕ ਲੈਫਟ ਵੱਲ ਨੂੰ ਸ਼ਿਫਟ ਕਰਾਂਗੇ। ਸੋ ਲੈਫਟ ਵੱਲ ਨੂੰ ਸ਼ਿਫਟ ਕਰਾਂਗੇ। ਅਗਰ 1 ਨੂੰ ਸ਼ਿਫਟ ਕੀਤਾ ਇੱਧਰ ਤਾਂ 1 ਬਾਹਰ ਨਿਕਲ ਗਿਆ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ? 0। then 1 1 1 0 0 and 1, ਕਿਉਂਕਿ ਇਹ ਸਾਰੀਆਂ ਬਿਟਸ 1 by 1 ਇੱਧਰ ਸ਼ਿਫਟ ਹੋ ਗਈਆਂ। ਹੁਣ ਆਪਣੇ ਕੋਲ ਜਿਹੜੀ ਲਾਸਟ ਵੈਕੈਂਟ ਪੋਜੀਸ਼ਨ ਰਹਿ ਗਈ, ਜਿਹੜੀ ਆਪਣੇ ਕੋਲ ਇੱਕ ਖਾਲੀ ਪੋਜੀਸ਼ਨ ਰਹਿ ਗਈ ਹੈ, ਉੱਥੇ ਆਪਾਂ ਕੀ ਇਨਸਰਟ ਕਰਾਂਗੇ? 0, ਕਿਉਂਕਿ ਲੌਜੀਕਲ ਸ਼ਿਫਟ ਆਪਰੇਸ਼ਨ ਦੀ ਆਪਾਂ ਨੂੰ ਡੈਫੀਨੇਸ਼ਨ ਕੀ ਕਹਿ ਰਹੀ ਹੈ? ਇਹ 0 ਇਜ਼ ਐਂਟਰਡ ਇਨ ਦੀ ਵੈਕੈਂਟ ਐਕਸਟ੍ਰੀਮ ਬਿਟ। ਸੋ ਜਿਹੜੀ ਵੀ ਵੈਕੈਂਟ ਬਿਟ ਹੋਈ ਹੈ, ਜਿਹੜੀ ਵੀ ਪੋਜੀਸ਼ਨ ਵੈਕੈਂਟ ਹੋਈ ਹੈ, ਉੱਥੇ ਆਪਾਂ ਕੀ ਇਨਸਰਟ ਕਰਾਂਗੇ? 0 ਇਨਸਰਟ ਕਰਾਂਗੇ। ਸੋ ਇਹ ਕੀ ਆ ਗਿਆ ਆਨਸਰ ਆਫਟਰ ਲੌਜੀਕਲ ਸ਼ਿਫਟ ਲੈਫਟ ਆਪਰੇਸ਼ਨ। ਇਸੇ ਤਰੀਕੇ ਨਾਲ ਹੁਣ ਲੌਜੀਕਲ ਸ਼ਿਫਟ ਰਾਈਟ ਦੇਖਦੇ ਹਾਂ। ਰਾਈਟ ਦੇ ਵਿੱਚ ਕੀ ਹੈ ਕਿ ਆਪਾਂ ਇਹਨਾਂ ਨੂੰ ਇੱਕ ਇੱਕ ਰਾਈਟ ਸ਼ਿਫਟ ਕਰਾਂਗੇ। ਸੋ ਰਾਈਟ ਸ਼ਿਫਟ ਵੇਲੇ ਕੀ ਹੈ? ਇਹ ਵਾਲੀ ਬਿਟ ਬਾਹਰ ਨਿਕਲ ਗਈ 1। ਸੋ 0 ਹੁਣ ਕਿੱਥੇ ਆ ਗਈ? ਫਸਟ ਪੋਜੀਸ਼ਨ ਤੇ। ਦੈਨ 0, ਦੈਨ 1 1 1, ਉਸ ਤੋਂ ਬਾਅਦ ਕੀ ਹੈ? 0 ਐਂਡ 1। ਹੁਣ ਇੱਥੇ ਵੀ ਜਿਹੜੀ ਲਾਸਟ ਪੋਜੀਸ਼ਨ ਆਪਣੇ ਕੋਲ ਵੈਕੈਂਟ ਹੋਈ ਹੈ, ਜੋ ਲਾਸਟ ਖਾਲੀ ਪੋਜੀਸ਼ਨ ਹੈ, ਉੱਥੇ ਆਪਾਂ ਕੀ ਐਂਟਰ ਕਰਾਂਗੇ? 0। ਸੋ ਇਹ ਲੌਜੀਕਲ ਸ਼ਿਫਟ ਲੈਫਟ ਔਰ ਲੌਜੀਕਲ ਸ਼ਿਫਟ ਰਾਈਟ। ਸੋ ਲੌਜੀਕਲ ਸ਼ਿਫਟ ਦੇ ਵਿੱਚ ਕੀ ਹੈ ਕਿ ਆਪਾਂ ਸਾਰੀਆਂ ਦੀਆਂ ਸਾਰੀਆਂ ਬਿਟਸ ਦੇ ਉੱਤੇ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ। ਇਸ ਤੋਂ ਬਾਅਦ ਨੈਕਸਟ ਹੈ ਸਰਕੂਲਰ ਸ਼ਿਫਟ ਆਪਰੇਸ਼ਨ। ਸਰਕੂਲਰ ਸ਼ਿਫਟ ਮਾਈਕਰੋ ਆਪਰੇਸ਼ਨ ਦੇ ਵਿੱਚ ਕੀ ਹੋਏਗਾ? ਇਨ ਦਿਸ ਦ ਬਿਟ ਸ਼ਿਫਟਡ ਆਊਟ ਫਰੋਮ ਵਨ ਐਕਸਟ੍ਰੀਮ ਬਿਟ ਪੋਜੀਸ਼ਨ ਐਂਟਰਸ ਦੀ ਅਦਰ ਐਕਸਟ੍ਰੀਮ ਸਾਈਡ। ਸੋ ਇਹਦੇ ਵਿੱਚ ਕੀ ਹੈ? ਜਿਹੜੀ ਬਿਟ ਵੀ ਆਪਣੇ ਕੋਲ ਬਾਹਰ ਜਾ ਰਹੀ ਹੈ, ਉਹ ਵਾਲੀ ਬਿਟ ਨੂੰ ਆਪਾਂ ਦੂਸਰੀ ਸਾਈਡ ਤੇ ਇਨਸਰਟ ਕਰਾਂਗੇ। ਲੌਜੀਕਲ ਸ਼ਿਫਟ 'ਚ ਕੀ ਕਰ ਰਹੇ ਸੀ? ਆਪਾਂ 0 ਇਨਸਰਟ ਕਰ ਰਹੇ ਸੀ।
बट इत्थे हुण जिहड़ी भी बिट बाहर निकल रही है अगर वो 1 बाहर निकल रहा है तो आपां दूसरी साइड ते 1 एंटर करांगे, अगर 0 बाहर निकल रहा है तो 0 इंसर्ट करांगे। सो इट इज़ आल्सो नोन एज रोटेट ऑपरेशन। सो देखो रोटेशन दे विच की होएगा, हुण अपने कोल डाटा है, सपोज करो रजिस्टर दे विच 10111010 ਆਪਾਂ ਨੇ ਇਹਦੇ ਤੇ ਸਰਕੂਲਰ ਲੈਫਟ ਆਪਰੇਸ਼ਨ ਪਰਫਾਰਮ ਕਰਨਾ ਹੈ। ਸੋ ਸਰਕੂਲਰ ਲੈਫਟ ਦੇ ਵਿੱਚ ਕੀ ਹੋ ਰਿਹਾ ਆਪਣੇ ਕੋਲ, ਆਪਾਂ ਇੱਧਰ ਲੈਫਟ ਵੱਲ ਨੂੰ ਜਾਣਾ ਹੈ। ਸੋ 1 ਇੱਥੋਂ ਬਾਹਰ ਨਿਕਲ ਗਿਆ ਹੈ, ਦੈਨ ਆਪਣੇ ਕੋਲ ਕੀ ਆ ਗਿਆ 0, ਦੈਨ 1 1 1 0 1 0। ਸੋ ਹੁਣ ਜਿਹੜੀ ਲਾਸਟ ਪੋਜੀਸ਼ਨ ਆਪਣੇ ਕੋਲ ਵੈਕੈਂਟ ਹੋਈ ਹੈ ਇੱਥੇ ਆਪਾਂ 0 ਨਹੀਂ ਇਨਸਰਟ ਕਰਾਂਗੇ, ਇੱਥੇ ਇਨਸਰਟ ਕਰਾਂਗੇ ਜੋ ਵੀ ਆਪਣੇ ਕੋਲ ਇੱਥੋਂ ਬਾਹਰ ਨਿਕਲ ਰਿਹਾ ਸੀ। ਸੋ ਬਾਹਰ ਕੀ ਆ ਰਿਹਾ ਸੀ 1, ਸੋ ਇੱਥੇ ਆਪਾਂ ਇਨਸਰਟ ਕਰਾਂਗੇ 1। ਸੋ ਇਸ ਤਰੀਕੇ ਨਾਲ ਕੀ ਹੈ ਸਰਕੂਲਰ ਸ਼ਿਫਟ ਹੋ ਰਿਹਾ ਹੈ ਕਿ ਜੋ ਵੀ ਬਿਟ ਆਪਣੇ ਕੋਲ ਬਾਹਰ ਜਾ ਰਹੀ ਹੈ ਉਹ ਆਪਾਂ ਇਨਸਰਟ ਕਰ ਰਹੇ ਹਾਂ ਲਾਸਟ ਦੇ ਉੱਤੇ। ਸੋ ਇਸ ਤਰੀਕੇ ਨਾਲ ਸਰਕੂਲਰ ਸ਼ਿਫਟ ਰਾਈਟ ਹੈ। ਰਾਈਟ ਦੇ ਵਿੱਚ ਹੁਣ ਆਪਾਂ ਇਧਰੋਂ ਬਾਹਰ ਕੱਢ ਰਹੇ ਹਾਂ, ਬਾਹਰ ਕੀ ਨਿਕਲ ਰਿਹਾ ਹੈ 0। ਸੋ ਇਹਨੂੰ ਆਪਾਂ ਇੱਕ ਵਾਰੀ ਸਾਈਡ ਤੇ ਲਿਖ ਲੈਂਦੇ ਹਾਂ, ਦੈਨ 1 0 1 1 1 0 1। ਹੁਣ ਲਾਸਟ ਤੇ ਜੋ ਬਿਟ ਆਪਣੇ ਕੋਲ ਖਾਲੀ ਹੋ ਰਹੀ ਹੈ, ਜੋ ਪੋਜੀਸ਼ਨ ਖਾਲੀ ਹੋ ਰਹੀ ਹੈ ਉੱਥੇ ਆਪਾਂ ਕੀ ਇਨਸਰਟ ਕਰਾਂਗੇ ਜੋ ਇੱਥੋਂ ਬਾਹਰ ਨਿਕਲ ਰਿਹਾ ਸੀ। ਸੋ ਬਾਹਰ ਕੀ ਨਿਕਲ ਰਿਹਾ ਸੀ 0, ਸੋ ਇਹ ਪੋਜੀਸ਼ਨ ਤੇ ਆਪਾਂ ਕੀ ਇਨਸਰਟ ਕਰਾਂਗੇ 0। ਸੋ ਇਸ ਤਰੀਕੇ ਨਾਲ ਸਰਕੂਲਰ ਸ਼ਿਫਟ ਆਪਰੇਸ਼ਨ ਪਰਫਾਰਮ ਹੋ ਰਿਹਾ ਹੈ ਕਿ ਜੋ ਵੀ ਬਿਟ ਆਪਣੇ ਕੋਲ ਬਾਹਰ ਨਿਕਲ ਰਹੀ ਹੈ ਆਪਾਂ ਉਸੇ ਬਿਟ ਨੂੰ ਦੂਸਰੀ ਸਾਈਡ ਤੇ ਐਂਟਰ ਕਰ ਰਹੇ ਹਾਂ। ਨੈਕਸਟ ਹੈ ਅਰਥਮੈਟਿਕ ਸ਼ਿਫਟ ਆਪਰੇਸ਼ਨ। ਅਰਥਮੈਟਿਕ ਸ਼ਿਫਟ ਆਪਰੇਸ਼ਨ ਦੇ ਵਿੱਚ ਕੀ ਕਰਨਾ ਹੈ ਕਿ ਆਪਣੇ ਕੋਲ ਜੋ ਲੈਫਟ ਮੋਸਟ ਬਿਟ ਹੁੰਦੀ ਹੈ ਉਹ ਕਿਹੜੀ ਬਿਟ ਹੁੰਦੀ ਹੈ, ਸਾਈਨ ਨੂੰ ਰਿਪਰੈਜ਼ੈਂਟ ਕਰ ਰਹੀ ਹੁੰਦੀ ਹੈ ਕਿ ਜੋ ਨੰਬਰ ਹੈ ਜੋ ਵੀ ਵੈਲਿਊ ਹੈ ਉਹਦਾ ਸਾਈਨ ਕੀ ਹੈ। ਅਗਰ 1 ਹੈ ਤਾਂ ਸਾਈਨ ਕੁਝ ਹੋਰ ਹੋਏਗਾ, ਅਗਰ 0 ਹੈ ਤਾਂ ਸਾਈਨ ਕੁਝ ਹੋਰ ਹੋਏਗਾ। ਮਤਲਬ ਕਿ ਜੋ ਨੰਬਰ ਹੈ ਉਹਦਾ ਸਾਈਨ ਕੀ ਹੈ, ਪੋਜ਼ਿਟਿਵ ਹੈ ਔਰ ਨੈਗੇਟਿਵ ਹੈ, ਉਹ ਆਪਾਂ ਨੂੰ ਲਾਸਟ ਬਿਟ ਤੋਂ ਇੱਥੋਂ ਪਤਾ ਲੱਗ ਰਿਹਾ ਹੈ। ਸੋ ਇਹ ਬਿਟ ਕਿਹਦੇ ਵਾਸਤੇ ਰਿਜ਼ਰਵ ਹੁੰਦੀ ਹੈ, ਸਾਈਨ ਵਾਸਤੇ। ਸੋ ਇਨ ਦਿਸ the sign bit remains unaffected and other bits take part in shift operation। ਸੋ ਆਪਾਂ ਇਸ ਚ ਸ਼ਿਫਟ ਆਪਰੇਸ਼ਨ ਦੇ ਵਿੱਚ ਕੀ ਕਰਾਂਗੇ ਕਿ ਆਪਾਂ ਇਹ ਵਾਲੀ ਬਿਟ ਨੂੰ ਉੱਥੇ ਦਾ ਉੱਥੇ ਹੀ ਰੱਖਾਂਗੇ ਤੇ ਬਾਕੀ ਸਾਰੀ ਬਿਟਸ ਦੇ ਉੱਤੇ ਸ਼ਿਫਟ ਆਪਰੇਸ਼ਨ ਪਰਫਾਰਮ ਕਰਾਂਗੇ। ਸੋ ਇਹਦੀ ਐਗਜ਼ਾਮਪਲ ਦੇਖਦੇ ਹਾਂ ਆਪਾਂ, ਸ਼ਿਫਟ ਲੈਫਟ। ਸੋ ਅਰਥਮੈਟਿਕ ਸ਼ਿਫਟ ਲੈਫਟ ਦੇ ਵਿੱਚ ਕੀ ਹੋਏਗਾ, ਆਪਾਂ ਨੂੰ ਪਤਾ ਹੈ ਕਿ ਹੁਣ ਜਿਹੜੀ ਇਹ ਫਸਟ ਬਿਟ ਹੈ ਉਹ ਕਿਹੜੀ ਹੈ, ਸਾਈਨ ਬਿਟ। ਸੋ ਇਹਨੂੰ ਆਪਾਂ ਐਜ਼ ਇਟ ਇਜ਼ ਰੱਖਾਂਗੇ 1, ਬਾਕੀ ਸਾਰੀਆਂ ਬਿਟਸ ਦੇ ਉੱਤੇ ਆਪਾਂ ਆਪਰੇਸ਼ਨ ਪਰਫਾਰਮ ਕਰਾਂਗੇ। ਸੋ ਆਪਾਂ ਕੀ ਕਰ ਰਹੇ ਹਾਂ, ਅਰਥਮੈਟਿਕ ਸ਼ਿਫਟ ਲੈਫਟ। ਸੋ ਇੱਥੋਂ ਦੀ ਆਪਾਂ ਲੈਫਟ ਆਪਰੇਸ਼ਨ ਪਰਫਾਰਮ ਸਟਾਰਟ ਕਰਾਂਗੇ। 0 ਬਾਹਰ ਨਿਕਲ ਗਈ, ਦੈਨ ਆਪਣੇ ਕੋਲ ਕੀ ਆ ਰਿਹਾ ਹੈ 1 1 1 0 0 1 ਤੇ ਲਾਸਟ ਜੋ ਬਿਟ ਆਪਣੇ ਕੋਲ ਲਾਸਟ ਜੋ ਪੋਜੀਸ਼ਨ ਵੈਕੈਂਟ ਹੋ ਰਹੀ ਹੈ ਉੱਥੇ ਆਪਾਂ ਕੀ ਇਨਸਰਟ ਕਰਾਂਗੇ 0। ਸੋ ਇਸ ਕੇਸ 'ਚ ਕੀ ਹੋ ਰਿਹਾ ਹੈ ਕਿ ਜੋ ਲੈਫਟ ਮੋਸਟ ਬਿਟ ਹੈ ਸਾਈਨ ਬਿਟ ਉਹ ਐਜ਼ ਇਟ ਇਜ਼ ਰਹਿ ਰਹੀ ਹੈ ਤੇ ਬਾਕੀ ਸਾਰੀਆਂ ਬਿਟਸ ਦੇ ਉੱਤੇ ਆਪਾਂ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ। ਸੋ ਇਹ ਵਾਲੀ ਬਿਟ ਅਗਰ 0 ਹੈ ਤਾਂ 0 ਰਹੇਗੀ, ਅਗਰ 1 ਹੈ ਤਾਂ 1 ਰਹੇਗੀ, ਬਾਕੀ ਸਾਰੀਆਂ ਬਿਟਸ ਦੇ ਉੱਤੇ ਆਪਾਂ ਸ਼ਿਫਟ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ। ਸੋ ਇਸੇ ਤਰੀਕੇ ਨਾਲ ਅਰਥਮੈਟਿਕ ਸ਼ਿਫਟ ਰਾਈਟ ਹੈ। ਹੁਣ ਰਾਈਟ ਦੇ ਵਿੱਚ ਕੀ ਕਰਨਾ ਹੈ ਕਿ ਆਪਾਂ ਇਹ ਸਾਈਨ ਬਿਟ ਹੈ ਜੋ 1 ਉਹਨੂੰ ਐਜ਼ ਇਟ ਇਜ਼ ਰੱਖਾਂਗੇ 1, ਅਗਰ 0 ਹੁੰਦਾ ਤਾਂ ਇਹਨੂੰ 0 ਰੱਖ ਦੇ। ਸੋ ਸ਼ਿਫਟ ਰਾਈਟ। ਰਾਈਟ ਦੇ ਵਿੱਚ ਆਪਾਂ ਕੀ ਹੈ ਇੱਥੋਂ 1 ਨੂੰ ਬਾਹਰ ਕੱਢਿਆ, ਦੈਨ ਕੀ ਆ ਗਿਆ ਆਪਣੇ ਕੋਲ 0 0 1 1 1 0। ਹੁਣ ਇੱਥੇ ਆਪਰੇਸ਼ਨ ਸਿਰਫ ਆਪਾਂ ਇੱਥੇ ਤੱਕ ਪਰਫਾਰਮ ਕੀਤਾ ਹੈ ਕਿਉਂਕਿ ਜਿਹੜੀ ਲਾਸਟ ਵਾਲੀ ਬਿਟ ਹੈ ਉਹ ਇੱਥੇ ਐਜ਼ ਇਟ ਇਜ਼ ਪਈ ਹੈ। ਸੋ 0 ਆਪਣੀ ਇੱਥੇ ਆ ਗਈ ਤੇ ਲਾਸਟ ਜਿਹੜੀ ਪੋਜੀਸ਼ਨ ਵੈਕੈਂਟ ਹੋਈ ਹੈ ਇੱਥੇ ਕੀ ਇਨਸਰਟ ਕਰਾਂਗੇ ਇੱਕ ਹੋਰ 0। ਸੋ ਇਸ ਕੇਸ 'ਚ ਕੀ ਹੋ ਰਿਹਾ ਹੈ ਕਿ ਆਪਾਂ ਜਿਹੜਾ ਸ਼ਿਫਟ ਆਪਰੇਸ਼ਨ ਹੈ ਉਹ ਸਿਰਫ ਇੱਥੋਂ ਦੀ ਇੱਥੇ ਤੱਕ ਹੀ ਪਰਫਾਰਮ ਕੀਤਾ ਹੈ ਤੇ ਇਹ ਵਾਲੀ ਬਿਟ ਐਜ਼ ਇਟ ਇਜ਼ ਕੈਰੀ ਕਰ ਰਹੇ ਹਾਂ ਆਪਾਂ ਉਰੇ। ਸੋ ਇੱਥੇ ਸਾਈਨ ਬਿਟ ਆਪਾਂ ਐਜ਼ ਇਟ ਇਜ਼ ਰੱਖ ਰਹੇ ਹਾਂ ਤੇ ਬਾਕੀ ਸਾਰੀਆਂ ਬਿਟਸ ਦੇ ਉੱਤੇ ਉਸੇ ਤਰੀਕੇ ਨਾਲ ਜਿਵੇਂ ਲੌਜੀਕਲ ਸ਼ਿਫਟ ਆਪਰੇਸ਼ਨ ਪਰਫਾਰਮ ਕਰਦੇ ਸੀ ਉਸੇ ਤਰੀਕੇ ਨਾਲ ਇੱਥੇ ਸ਼ਿਫਟ ਆਪਰੇਸ਼ਨ ਪਰਫਾਰਮ ਕਰ ਰਹੇ ਹਾਂ। ਤੇ ਫਰਕ ਕੀ ਹੈ ਸਿਰਫ ਇੱਥੇ ਕਿ ਜੋ ਬਿਟ ਖਾਲੀ ਹੋ ਰਹੀ ਹੈ, ਪੋਜੀਸ਼ਨ ਖਾਲੀ ਹੋ ਰਹੀ ਹੈ, ਉੱਥੇ ਆਪਾਂ 0 ਇਨਸਰਟ ਕਰ ਰਹੇ ਹਾਂ। ਸੋ ਇੱਥੇ ਕੀ ਹੋ ਰਿਹਾ ਹੈ ਦੁਬਾਰਾ ਦੇਖੋ 1 ਨੂੰ ਆਪਾਂ ਬਾਹਰ ਕੱਢਤਾ ਕਿਉਂਕਿ ਸ਼ਿਫਟ ਰਾਈਟ ਹੋ ਰਿਹਾ ਹੈ। ਸੋ ਇਹ ਸ਼ਿਫਟ ਹੋ ਕੇ ਬਾਹਰ ਹੋ ਗਿਆ, ਦੈਨ 0 ਫਸਟ ਪੋਜੀਸ਼ਨ ਤੇ ਆ ਗਿਆ, ਅਗੇਨ ਨੈਕਸਟ ਹੈ 0, ਦੈਨ 1 1
1 ਐਂਡ ਦੈਨ 0। ਸੋ 0 ਤੋਂ ਬਾਅਦ ਜਿਹੜੀ ਇਹ 1 ਹੈ ਇਹ ਸਾਈਨ ਬਿਟ ਹੈ, ਇਹ ਐਜ਼ ਇਟ ਇਜ਼ ਇੱਥੇ ਆ ਗਈ, ਤੇ ਜਿਹੜੀ ਪੋਜੀਸ਼ਨ ਆਪਣੇ ਕੋਲ ਖਾਲੀ ਹੋ ਰਹੀ ਸੀ ਉੱਥੇ ਆਪਾਂ ਕੀ ਇਨਸਰਟ ਕੀਤਾ 0। ਸੋ ਇਹ ਨੇ ਸ਼ਿਫਟ ਆਪਰੇਸ਼ਨਸ, ਲੌਜੀਕਲ ਸ਼ਿਫਟ, ਸਰਕੂਲਰ ਸ਼ਿਫਟ ਐਂਡ ਅਰਥਮੈਟਿਕ ਸ਼ਿਫਟ ਆਪਰੇਸ਼ਨਸ। ਸੋ ਆਈ ਹੋਪ ਕਿ ਤੁਹਾਨੂੰ ਰਜਿਸਟਰ ਟ੍ਰਾਂਸਫਰ ਲੈਂਗੁਏਜ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ। ਅਗਰ ਕੋਈ ਵੀ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਜਾਂ ਮੈਨੂੰ ਪਰਸਨਲੀ ਪੁੱਛ ਸਕਦੇ ਹੋ ਐਨੀ ਟਾਈਮ। ਥੈਂਕ ਯੂ।